हेलो डियर स्टूडेंट्स, हाउ आर यू ऑल? सारे ठीक ठाक हो? वेरी गुड। डियर स्टूडेंट्स, वेलकम टू योर ओन चैनल जीएस मैथ क्लासेस। और अज आप कर रहे हैं अध्याय 4 चैप्टर 4 क्लास 10th, जिहदे फस्ट वीडियो दे विच आपां एक्सरसाइज 4.1 हाउ टू मेक क्वाड्रेटिक इक्वेशनस, दो घाती समीकरण किवें बनदी आ, उहदे विच किहड़ियां विशेषतावां हुंदियां आपां सिੱਖਿਆ डिटेल नाल। ठीक है, ਜਿਹੜੇ ਬੱਚੇ ਨੇ ਹਜੇ ਤੱਕ ਉਹ ਵੀਡੀਓ ਨਹੀਂ ਦੇਖੀ, ਪਹਿਲਾਂ ਉਹ ਵੀਡੀਓ ਦੇਖੋ ਪਲੇਲਿਸਟ 'ਚ ਜਾ ਕੇ। ਠੀਕ ਹੈ, ਤਾਂ ਕਿ ਤੁਹਾਨੂੰ ਇਹ ਵੀਡੀਓ ਦੀ ਆਸਾਨੀ ਨਾਲ ਸਮਝ ਲੱਗ ਸਕੇ। ਸੋ ਅੱਜ ਦੇ ਟੌਪਿਕ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਾਂ ਇੱਕ ਛੋਟਾ ਜਿਹਾ ਵਿਚਾਰ ਲੈਂਦੇ ਹਾਂ। ਸੋ ਸੋਹਣਾ ਜਿਹਾ ਵਿਚਾਰ ਹੈ, ਕਿਉਂਕਿ ਕਰੋਨਾ ਜਿਹੜਾ ਹੈਗਾ ਟਾਈਮ ਚੱਲ ਰਿਹਾ ਹੈਗਾ, ਔਰ ਲੋਕਡਾਊਨ ਦੇ ਵਿੱਚ ਆਪਾਂ ਘਰਾਂ ਦੇ ਵਿੱਚ ਬੈਠੇ ਹੋਏ ਹੈਗੇ ਆ। ਕਿਤੇ ਨਾ ਕਿਤੇ ਆਪਣੇ ਮਾਈਂਡ ਦੇ ਵਿੱਚ ਇਹ ਆ ਜਾਂਦਾ ਕਿ ਆਪਾਂ ਬਿਲਕੁਲ ਸੇਫ ਬੈਠੇ ਹੈਗੇ ਆ, ਵੀ ਆਪਾਂ ਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ, ਟਾਈਮ ਬੀਤ ਰਿਹਾ ਹੈਗਾ। परंतु थॉट की है, कहता शिप इज़ सेफ एट द शोर। एक जहाज़ जोड़ा किनारे पर बहुत सुरक्षित होंदा है। ठीक है, उन्होंने कोई डर नहीं होंदा भी मैं डिग पऊँगा या डुब जूँगा ना, मतलब उन्होंने कोई डर नहीं होंदा। परंतु तुसीं दसो कि की जहाज़ जोड़ा है किनारे पर खड़न वास्ते बनया? थॉट सीगा शिप इज़ सेफ एट द शोर, बट दिस इज़ नॉट वट इट इज़ बिल्ट फॉर। ये ਉਹਦਾ ਕੰਮ नहीं है कि वो किनारे पर खड़े रहे। ठीक है, उन्होंने उड़ान भरनी पैगी, उन्होंने समुंदर जाना ही पेगा। ठीक है, सो ये है ਆਪਾਂ ਨੂੰ ਵੀ ਜਿਹੜਾ ਹੈਗਾ ਅੱਗੇ ਵਧਣਾ ਪਏਗਾ, ਆਪਣੀ ਲਾਈਫ 'ਚ ਕੁਛ ਕਰਨ ਦੇ ਲਈ ਹਿੰਮਤ ਕਰਨੀ ਪੈਗੀ। ਠੀਕ ਹੈ, ਚਾਹੇ ਘਰ ਬੈਠ ਕੇ ਹੀ ਸਹੀ, ਆਪਾਂ ਨੂੰ ਕੁਛ ਕਰਨਾ ਹੀ ਪਏਗਾ। ਸੋ ਹਿੰਮਤ ਕਰੋ ਪੁੱਤਰ ਜੀ, ਮਿਹਨਤ ਕਰਨੀ ਸਟਾਰਟ ਕਰੋ। ਠੀਕ ਹੈ, ਤੁਹਾਡੇ ਜਿਹੜੇ ਸ਼ੌਕਸ ਹੈਗੇ ਆ ਉਹਨਾਂ ਨੂੰ ਤੁਸੀਂ ਹੁਣ ਫ੍ਰੀ ਟਾਈਮ ਹੈਗਾ, ਤੁਸੀਂ ਵਧੀਆ ਤਰੀਕੇ ਨਾਲ ਉਹਨੂੰ ਜਿਹੜਾ ਹੈਗਾ ਨੋਰਿਸ਼ ਕਰ ਸਕਦੇ ਹੋ, ਉਹਨੂੰ ਪੋਲਿਸ਼ ਕਰ ਸਕਦੇ ਹੋ। ਠੀਕ ਹੈ, ਸੋ ਆਪਣੇ ਆਪ ਨੂੰ ਜਿਹੜਾ ਹੈਗਾ ਖੜੋਤ ਦੇ ਵਿੱਚ ਨਾ ਆਉਣ ਦਿਓ, ਚੱਲਦੇ ਰਹੋ, ਕਿਉਂਕਿ ਪਾਣੀ ਜਿਹੜੇ ਹੈਗੇ ਆ ਚੱਲਦੀ ਚੰਗੇ ਲੱਗਦੇ ਆ, ਪਾਣੀ ਵਗਦੀ ਚੰਗੇ ਲੱਗਦੇ ਆ। ਠੀਕ ਹੈ, ਸੋ ਆਓ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦਾ ਆਪਣਾ ਟੌਪਿਕ ਹੈ ਫਾਈਂਡ ਦ ਰੂਟਸ ਆਫ ਕੁਆਡਰੈਟਿਕ ਇਕੁਏਸ਼ਨਸ, ਮਤਲਬ ਦੋ ਘਾਤੀ ਸਮੀਕਰਨ ਦੇ ਰੂਟਸ ਫਾਈਂਡ ਕਰਨੇ ਹੈਗੇ ਆਪਾਂ, ਮੁੱਲ ਪਤਾ ਕਰਨੇ ਹੈਗੇ ਆ। ਪੰਜਾਬੀ 'ਚ ਲਿਖਿਆ ਹੁੰਦਾ ਮੂਲ ਪਤਾ ਕਰੋ। ਤਾਂ ਮੂਲ ਪਤਾ ਕਰਨ ਦੇ ਆਪਣੇ ਕੋਲ ਤਿੰਨ ਮੈਥਡ ਹੈਗੇ ਇਸ ਚੈਪਟਰ ਦੇ ਵਿੱਚ। ਤਿੰਨ ਮੈਥਡ ਹੈ ਇਸ ਚੈਪਟਰ ਦੇ ਵਿੱਚ ਆਪਣੇ ਕੋਲ। ਉਹ ਕਿਹੜੇ ਹੈਗੇ ਆ? देयर इज़ फस्ट मैथड दैट इज़ फैक्टराइजेशन, मतलब गुणनखंड बना के ਜਿਹੜਾ ਹੈਗਾ ਆਪਾਂ ਉਹਦੇ रूट्स फाइंड कर सकते हैं। या फिर है बाय कंप्लीटिंग स्क्वायर, इस तो नैक्सट पढ़ांगे ਆਪਾਂ कंप्लीटिंग स्क्वायर मतलब पूर्ण वर्ग विधि नाल ਆਪਾਂ ਜਿਹੜੇ ਸਿੱਖਾਂਗੇ। या फिर है बाय क्वाड्रेटिक फार्मूला, दैन अपने को है एक फार्मूला है क्वाड्रेटिक फार्मूला, दो घाती सूत्र, या फिर ਉਹਦੀ हेल्प नाल ਆਪਾਂ ਜਿਹੜਾ ਹੈਗਾ ਇਹ रूट्स फाइंड कर सकते हैं। मैथड तीनों ही सौखे है। ठीक है, ਤੁਸੀਂ ਦੇਖਣਾ ਕਿ ਤੁਹਾਨੂੰ ਮੈਂ ਸਾਰੇ ਮੈਥਡ ਸਮਝਾਊਂਗਾ ਡਿਟੇਲ ਨਾਲ। ਤੁਹਾਨੂੰ ਜਿਹੜਾ ਵੀ ਮੈਥਡ ਈਜ਼ੀ ਲੱਗਿਆ ਇਨ ਦਾ ਐਂਡ ਤੁਸੀਂ ਜਿਹੜਾ ਹੈਗਾ ਇੱਕੋ ਮੈਥਡ ਵੀ ਜਿਹੜਾ ਹੈਗਾ ਅਪਲਾਈ ਕਰ ਸਕਦੇ ਹੈਗੇ ਆ, ਅਨਲੈਸ ਤੁਹਾਨੂੰ ਜਿਹੜਾ ਕੋਈ ਮੈਥਡ ਸਪੈਸੀਫਾਈ ਨਹੀਂ ਕੀਤਾ ਜਾਂਦਾ ਵੀ ਇਸ ਮੈਥਡ ਨਾਲ ਸੋਲਵ ਕਰੋ। ਠੀਕ ਹੈ, ਸੋ ਤਿੰਨੋਂ ਮੈਥਡ ਆਪਾਂ ਕਰਾਂਗੇ। ਅੱਜ ਦੀ ਵੀਡੀਓ 'ਚ ਆਪਾਂ ਜਿਹੜਾ ਹੈਗਾ ਡਿਸਕਸ ਕਰਾਂਗੇ ਫਸਟ ਮੈਥਡ ਦੈਟ ਇਜ਼ ਫੈਕਟਰਾਈਜੇਸ਼ਨ ਮੈਥਡ। ਠੀਕ ਹੈ, ਗੁਣਨਖੰਡ ਵਿਧੀ ਨਾਲ ਜਿਹੜਾ ਹੈਗਾ ਆਪਾਂ ਰੂਟਸ ਫਾਈਂਡ ਕਰਨੇ ਸਿੱਖਾਂਗੇ। ਤਾਂ ਰੂਟਸ ਫਾਈਂਡ ਆਪਾਂ ਪਹਿਲਾਂ ਵੀ ਇਹ ਮੈਥਡ ਜਿਹੜਾ ਆਪਾਂ 9th ਦੇ ਵਿੱਚ ਵੀ ਸਿੱਖਿਆ ਹੈਗਾ ਐਕਚੁਅਲੀ, ਔਰ ਇਸ ਤੋਂ ਪਹਿਲਾਂ ਜਿਹੜੇ ਚੈਪਟਰ ਪੜ੍ਹੇ ਹੈਗੇ ਆ ਚੈਪਟਰ 2 ਉਹਦੇ ਵਿੱਚ ਵੀ ਆਪਾਂ ਇਹਦੀ ਯੂਜ਼ ਕੀਤਾ। ਠੀਕ ਹੈ, ਇਸ ਨੂੰ ਕਿਵੇਂ ਫੈਕਟਰਾਈਜ਼ ਕਰੀਦਾ ਹੈਗਾ, ਕੁਆਡਰੈਟਿਕ ਪੋਲੀਨੋਮੀਅਲ ਨੂੰ ਆਪਾਂ ਜਿਹੜਾ ਹੈਗਾ ਕਰਨਾ ਸਿੱਖਿਆ ਸੀਗਾ। ਹੁਣ ਆਪਾਂ ਕੁਆਡਰੈਟਿਕ ਇਕੁਏਸ਼ਨ ਦੇ ਵੀ ਸੇਮ ਮੈਥਡ ਦੇ ਨਾਲ ਜਿਹੜੇ ਹੈਗੇ ਇਹਦੇ ਫੈਕਟਰ ਬਣਾ ਸਕਦੇ ਹੈਗੇ ਆ। ਸੋ ਆਪਾਂ ਲੈਂਦੇ ਹੈਗੇ ਆ ਕੁਐਸਚਨ ਫਸਟ, ਅਤੇ ਆਪਾਂ ਦੇਖਦੇ ਹੈਗੇ ਆ ਕਿਵੇਂ ਹੈਗਾ ਇਹ ਮੈਥਡ ਫੈਕਟਰਾਈਜੇਸ਼ਨ ਮੈਥਡ। ਆਪਾਂ ਇੱਕ ਐਗਜ਼ਾਮਪਲ ਲੈਂਦੇ ਹੈਗੇ ਆ। तो क्वेश्चन है अपने कोल एक्स स्क्वायर माइनस 3x माइनस 10 इज इक्वल टू 0। फस्ट आप सम ले आएगा, दिस इज़ द फस्ट सम ऑफ एक्सरसाइज 4.2। ठीक है जी, तो ये है अपने को क्वाड्रेटिक इक्वेशन आप फस्ट वीडियो में डिटेल में सीखा सीगा। ठीक है, जनरल फॉर्म एक बार फिर दस दिया किस तरह की होंगी है, ए एक्स स्क्वायर होंगे प्लस बी एक्स होंगे प्लस सी होंगे। ठीक है, इज इक्वल टू 0 होंगे है। ਤਾਂ ਇੱਥੇ ਤੁਹਾਨੂੰ ਜਿਹੜਾ ਕੰਪੇਅਰ ਕਰਨਾ ਆਉਣਾ ਚਾਹੀਦਾ ਹੈਗਾ, ਤਾਂ ਤੁਹਾਨੂੰ ਦੱਸਿਆ ਹੈਗਾ ਇਹ ਦਿਸ ਇਜ਼ ਜਨਰਲ ਫਾਰਮ ਆਫ ਕੁਆਡਰੈਟਿਕ ਇਕੁਏਸ਼ਨ। ਠੀਕ ਹੈ, ਜਦੋਂ ਆਪਾਂ ਕੰਪੇਅਰ ਕਰਕੇ ਦੇਖਦੇ ਹਾਂ ਇੱਥੇ ਮੰਨ ਲਓ ਐਕਸ ਸਕੁਏਅਰ ਦਾ ਕੋਫੀਸ਼ੀਐਂਟ ਮਤਲਬ ਗੁਣਾਂਕ ਕਿੰਨਾ ਹੈਗਾ, ਇੱਥੇ ਏ ਆ ਔਰ ਇੱਥੇ ਕਿੰਨਾ ਹੈ, ਤੁਸੀਂ ਐਕਸ ਸਕੁਏਅਰ ਹੀ ਲਿਖ ਦਿੰਦੇ ਹੈਗੇ। ਐਕਚੁਅਲੀ ਐਕਸ ਸਕੁਏਅਰ ਨਹੀਂ, ਇੱਥੇ ਕਿੰਨਾ ਹੈ कोफिशिएंट 1 है। ठीक है, ਦੱਸਿਆ ही ना ਤੁਹਾਨੂੰ, जिसका कोई नहीं होता उसका खुदा होता है और खुदा एक होता है। ठीक है, हाँ जी, तो इतने एक हो गया। और बी कितना आएगा अपने को -3 और सी कितना आएगा -10। ये कंपेयर करना आप
9th ਚੈਪਟਰ ਸੈਕੰਡ ਚੈਪਟਰ ਵਿੱਚ ਡਿਟੇਲ ਨਾਲ ਸਿੱਖਿਆ ਸੀ। ਠੀਕ ਹੈ, ਤਾਂ ਆਪਾਂ ਮੈਥਡ ਸਿੱਖਣਾ ਹੈਗਾ ਫੈਕਟਰਾਈਜੇਸ਼ਨ ਮੈਥਡ, ਜਾਂ ਇਹਨੂੰ ਆਪਾਂ ਕਹਿ ਦਿੰਦੇ ਹੈਗੇ ਆ ਸਪਲਿਟਿੰਗ ਦਾ ਮਿਡਲ ਟਰਮ ਮੈਥਡ। ਠੀਕ ਹੈ, ਕਿਵੇਂ ਫੈਕਟਰਾਈਜ਼ ਕਿਵੇਂ ਕਰੀਦਾ ਹੈਗਾ, ਸਪਲਿਟਿੰਗ ਦਾ ਮਿਡਲ ਟਰਮ, ਮਤਲਬ ਕਿ ਜਿਹੜੀ ਹੈਗੀ ਆਪਣੀ ਐਕਸ ਵਾਲੀ ਟਰਮ ਹੁੰਦੀ ਹੈਗੀ ਇਹਦੇ ਵਿੱਚ, ਉਸ ਨੂੰ ਆਪਾਂ ਡਿਵਾਈਡ ਕਰਨਾ ਦੋ ਪਾਰਟਸ ਦੇ ਵਿੱਚ, ਇਸ ਤਰ੍ਹਾਂ ਦੇ ਪਾਰਟਸ ਵਿੱਚ ਡਿਵਾਈਡ ਕਰਨਾ ਤਾਂ ਕਿ ਉਹਨਾਂ ਨੂੰ ਜੋੜ ਘਟਾ ਕੇ ਤਾਂ ਇੰਨਾ ਹੀ ਬਣੇ। ਠੀਕ ਹੈ, ਅਤੇ ਮਲਟੀਪਲਾਈ ਕਰਕੇ ਕਿੰਨਾ ਬਣੇ ਆਪਣੇ ਕੋਲੇ ਪਹਿਲਾ ਅਤੇ ਅਖੀਰ ਵਾਲਾ ਜਿਹੜਾ ਆਪਣੇ ਕੋਲੇ ਗੁਣਾਂਕ ਹੈਗਾ ਕਿੱਦਾਂ। ਤਾਂ ਆਪਾਂ ਦੇਖਣਾ ਹੈਗਾ ਇੱਥੇ ਮੈਥਡ ਕੀ ਆ, ਫਸਟ ਟਰਮ ਨੂੰ ਆਪਾਂ ਲਾਸਟ ਟਰਮ ਨਾਲ ਮਲਟੀਪਲਾਈ ਕਰਨਾ, ਕਿੰਨਾ ਬਣ ਜਾਏਗਾ ਏ ਮਲਟੀਪਲਾਈ ਸੀ। ਠੀਕ ਹੈ, ਤੁਸੀਂ ਐਕਸ ਸਕੁਏਅਰ ਵੀ ਨਾਲ ਲੈ ਸਕਦੇ ਆ, ਏ ਐਕਸ ਸਕੁਏਅਰ, ਤਾਂ ਬਣ ਜਾਏਗਾ ਆਪਣੇ ਕੋਲੇ ਏ ਸੀ ਐਕਸ ਸਕੁਏਅਰ ਬਣ ਗਿਆ। ਅਤੇ ਫਿਰ ਤੁਸੀਂ ਦੇਖਣਾ ਹੈਗਾ ਐਕਸ ਦਾ ਗੁਣਾਂਕ, ਉਹ ਕੀ ਹੈ ਆਪਣੇ ਕੋਲੇ ਪਲੱਸ ਦਾ ਬੀ। ਤਾਂ ਆਹ ਦੋਨੋਂ ਤੋਂ ਜਿਹੜੇ ਹੈਗੇ ਆਨਸਰ ਆਪਾਂ ਜਿਹੜੇ ਇੱਥੋਂ ਕੱਢ ਕੇ ਰੱਖ ਲੈਣੇ ਪਹਿਲਾਂ ਹੀ, ਅਤੇ ਇਹਦੇ ਅਕੋਰਡਿੰਗਲੀ ਆਪਾਂ ਇਹਨੂੰ ਸਪਲਿਟ ਕਰਨਾ ਹੈਗਾ, ਇਹਨੂੰ ਆਪਾਂ ਡਿਵਾਈਡ ਕਰਨਾ, ਤੋੜਨਾ ਹੈਗਾ ਦੋ ਹਿੱਸਿਆਂ ਦੇ ਵਿੱਚ ਮਿਡਲ ਟਰਮ ਨੂੰ। ਠੀਕ ਹੈ, ਕਿਸ ਤਰ੍ਹਾਂ ਇੱਥੇ ਦੱਸਾਂ ਤਾਂ ਕੀ ਬਣੂਗਾ ਆਪਣੇ ਕੋਲੇ, ਇੱਥੇ ਹੈਗਾ 1x ਸਕੁਏਅਰ, ਇੱਥੇ ਹੈਗਾ ਮਾਈਨਸ ਦਾ 10, ਮਲਟੀਪਲਾਈ ਕਰ ਲਓ ਕਿੰਨਾ ਆਏਗਾ ਆਪਣੇ ਕੋਲੇ -1 ਮਲਟੀਪਲਾਈ ਮਾਈਨਸ ਦੇ 10 ਆਹ ਵਾਲੇ ਹੋ ਗਏ, ਮਲਟੀਪਲਾਈ ਕਰਨ ਨੂੰ ਫਸਟ ਟਰਮ ਨਾਲ, ਫਸਟ ਹੈਗੀ ਆ 1x ਸਕੁਏਅਰ। ਠੀਕ ਹੈ, ਮਾਈਨਸ ਦੇ 10 ਨਾਲ ਮਲਟੀਪਲਾਈ 10 ਇੱਕ 10 ਹੀ ਆ ਗਿਆ। ਠੀਕ ਹੈ ਜੀ, -10x ਸਕੁਏਅਰ ਬਣ ਗਿਆ, ਮਲਟੀਪਲਾਈ ਕਰਕੇ ਨਾ ਚਾਹੀਦਾ ਆਪਾਂ ਨੂੰ। ਔਰ ਇੱਥੇ ਹੈ ਆਪਣੇ ਕੋਲ x ਦਾ ਗੁਣਾਂਕ -3। ਤਾਂ ਦੋ ਚੀਜ਼ਾਂ ਆਪਾਂ ਜਿਹੜੀਆਂ ਹੈਗੀਆਂ ਇਕੁਏਸ਼ਨ 'ਚੋਂ ਲੱਭਣੀਆਂ ਕੀ ਆ, ਪਹਿਲੀ ਅਤੇ ਅਖੀਰਲੀ ਟਰਮ ਨੂੰ ਮਲਟੀਪਲਾਈ ਕਰਕੇ ਲਿਖ ਲਓ, ਜਿੰਨਾ ਬਣ ਗਿਆ ਉਹ ਲਿਖ ਲਓ। ਠੀਕ ਹੈ, ਗੁਣਾ ਕਰ ਲਓ, ਅਤੇ x ਦਾ ਗੁਣਾਂਕ ਲਿਖ ਲਓ ਕਿੰਨਾ ਹੈਗਾ, ਇੱਥੇ ਸਾਈਨ ਵੀ ਨਾਲ ਲਿਖਣਾ ਆਪਾਂ। ਇਹ ਦੋ ਚੀਜ਼ਾਂ ਆਪਾਂ ਕੱਢ ਲਈਆਂ, ਤਾਂ ਫਿਰ ਕੀ ਕਰਨਾ ਹੈਗਾ, ਇਸ ਨੂੰ ਆਪਾਂ ਦੋ ਹਿੱਸਿਆਂ 'ਚ ਤੋੜਨਾ, ਵੀ ਇਹਨਾਂ ਨੂੰ ਜੋੜ ਕੇ ਘਟਾ ਕੇ ਤਾਂ ਬਣਨ -3 ਹੀ, ਅਤੇ ਗੁਣਾ ਕਰਕੇ ਬਣਨ ਆਪਣੇ ਕੋਲੇ -10 ਬਣਨ। ਠੀਕ ਹੈ, ਤਾਂ -10 ਕਿਵੇਂ ਬਣ ਸਕਦੇ ਆ, ਪਹਿਲਾਂ ਦੇਖਣਾ ਆਪਾਂ ਗੁਣਾ ਕਰਕੇ 10 ਬਣਾਉਣੇ ਆ। 10 ਕਿਹਨੂੰ ਗੁਣਾ ਕਰਕੇ ਬਣਨਗੇ ਆਪਣੇ ਕੋਲੇ, ਜਾਂ ਤਾਂ 10 ਏਕਮ 10 ਬਣਨਗੇ, ਅਤੇ ਜਾਂ ਫਿਰ ਬਣਨਗੇ 5 ਦੂਣੀ 10। ਠੀਕ ਹੈ, 5 2 10, ਤਾਂ 5 ਅਤੇ 2 ਦਾ ਰਿਲੇਸ਼ਨ ਆਪਣੇ ਕੋਲੇ ਬਣਦਾ ਹੈ ਵੀ 5 'ਚੋਂ 2 ਕੱਢੀਏ 3 ਵੀ ਆ ਜਾਊਗਾ ਆਪਣੇ ਕੋਲੇ, 5 ਨੂੰ 2 ਨਾਲ ਗੁਣਾ ਕਰੀਏ ਆਪਣੇ ਕੋਲੇ 10 ਵੀ ਆ ਜਾਊਗਾ। ਅਤੇ ਹੁਣ ਰਹੀ ਗੱਲ ਆਪਣੇ ਕੋਲੇ ਨਿਸ਼ਾਨ ਦੀ, ਵੀ ਸਾਈਨ ਕਿਵੇਂ ਲੈਣਾ ਆਪਾਂ ਨੇ, -10 ਚਾਹੀਦੀ ਆ, ਤਾਂ ਆਪਾਂ ਇਹ ਰਫ ਕੰਮ 'ਚ ਸਾਰਾ ਸੋਚ ਲੈਣਾ ਆਪਾਂ। 5 ਅਤੇ 2 ਤਾਂ ਆਪਣੇ ਕੋਲੇ ਆ ਗਏ, ਵੀ ਇਹੀ ਦੋਨੇ ਆਪਣੇ ਕੋਲੇ ਆਉਣਗੇ ਜਿਹੜੇ ਫੈਕਟਰ ਬਣਾਉਣੇ ਆਪਾਂ। ਹੁਣ ਸਾਈਨ ਕੀ ਲੈਣੇ ਹੈਗੇ ਆ, 10 ਨਾਲ ਆਪਣੇ ਕੋਲੇ ਮਾਈਨਸ ਦਾ ਸਾਈਨ ਹੈਗਾ ਵਾ, ਯਾਨੀ ਮਲਟੀਪਲਾਈ ਕਰਕੇ ਮਾਈਨਸ ਦਾ ਆਂਸਰ ਚਾਹੀਦਾ ਹੈਗਾ, ਅਤੇ ਇੱਧਰ ਵੀ ਮਾਈਨਸ ਦਾ ਆਂਸਰ ਚਾਹੀਦਾ। ਇਟ ਮੀਨਸ ਵੱਡੀ ਰਕਮ ਨਾਲ ਮਾਈਨਸ ਲੱਗਾ ਹੋਊਗਾ ਤਾਂ ਹੀ ਜੋੜ ਘਟਾ ਕੇ ਮਾਈਨਸ ਦਾ ਆਂਸਰ ਆਊਗਾ। ਵੱਡੀ ਰਕਮ ਕਿਹੜੀ ਹੈ ਆਪਣੇ ਕੋਲੇ -5, ਤੋਂ ਮਾਈਨਸ ਇਹਦੇ ਨਾਲ ਲੱਗ ਗਈ, ਔਰ ਇਹਦੇ ਨਾਲ ਕੀ ਲੱਗੂਗਾ ਆਪਣੇ ਕੋਲੇ ਪਲੱਸ, ਕਿਉਂਕਿ ਇੱਧਰ ਮਲਟੀਪਲਾਈ 'ਚ ਵੀ ਮਾਈਨਸ ਚਾਹੀਦਾ ਆਪਾਂ ਨੂੰ, ਅਤੇ ਮਾਈਨਸ ਤਾਂ ਹੀ ਆਊਗਾ ਜੇ ਇੱਕ ਮਾਈਨਸ ਹੋਊਗੀ। ਜੇ ਦੋਨੇ ਮਾਈਨਸ ਕਰ ਦਾਂਗੇ ਆਪਾਂ ਫਿਰ ਇਹ ਐਡ ਹੋ ਜਾਊਗਾ, 7 ਬਣ ਜਾਣਗੇ, ਆਪਾਂ ਨੂੰ 7 ਤਾਂ ਚਾਹੀਦੇ ਨੇ ਇੱਥੇ। ਸੋ ਇਹ ਸਾਰੀਆਂ ਗੱਲਾਂ ਪਹਿਲਾਂ ਆਪਾਂ ਮਾਈਂਡ ਦੇ ਵਿੱਚ ਸੋਚ ਲੈਣੀਆਂ, ਸੋਚ ਵਿਚਾਰ ਕੇ ਪਹਿਲਾਂ ਦੋ ਫੈਕਟਰ ਆਪਾਂ ਫਾਈਂਡ ਕਰ ਲੈਣੇ ਹੈਗੇ ਆ, ਫਿਰ ਆਪਾਂ ਇੱਥੇ ਲਿਖਾਂਗੇ। ਜਸਟ ਵੈਰੀ ਈਜ਼ੀ ਮੈਥਡ ਹੈਗਾ, ਕੋਈ ਔਖਾ ਨਹੀਂ ਗਾ, ਤੁਹਾਨੂੰ ਇੱਕ ਵਾਰੀ ਪ੍ਰੈਕਟਿਸ ਕਰਨ ਦੀ ਜ਼ਰੂਰਤ ਹੈ, ਇੱਕ ਦੋ ਸਵਾਲ ਕੱਢ ਕੇ ਤੁਹਾਨੂੰ ਜਿਹੜਾ ਈਜ਼ੀਲੀ ਪਤਾ ਲੱਗ ਜੂਗਾ ਮੈਥਡ। ਠੀਕ ਹੈ, ਤਾਂ ਇਹਨੂੰ ਆਪਾਂ ਚੈੱਕ ਕਰ ਲਿਆ ਕਿੰਨੇ ਬਣ ਗਏ, -3 ਬਣ ਰਹੇ ਹੈਗੇ ਆ। ਠੀਕ ਹੈ, ਜੋ ਮਲਟੀਪਲਾਈ ਕਰਾਂਗੇ -5 ਨੂੰ 2 ਦੇ ਨਾਲ ਕਿੰਨਾ ਬਣਦਾ, -10 20 ਬਣ ਰਹੇ ਹੈਗੇ ਆਪਣੇ ਕੋਲ, -10 20 ਬਣ ਰਹੇ ਹੈਗੇ ਆਪਣੇ ਕੋਲੇ। ਤਾਂ ਤੁਸੀਂ ਕੀ ਕੀਤਾ, ਦੋ ਫੈਕਟਰ ਲੱਭ ਲਏ, -5 + 2 ਨਾਲ ਆਪਾਂ ਨੇ x ਵੀ ਲਾਉਣਾ ਕਿਉਂਕਿ x ਚਾਹੀਦਾ ਹੈਗਾ ਇੱਥੇ। ਤਾਂ ਇਸ ਤੋਂ ਬਾਅਦ ਜੋ ਸੋਚ ਲਿਆ, ਫਿਰ ਇੱਥੇ ਆ ਜਾਓ, ਤੁਹਾਨੂੰ ਜਿਹੜਾ ਵਰਕਿੰਗ ਮੈਥਡ ਦੱਸਦਾ ਮੈਂ ਕੀ ਕਰਨਾ। ਆਪਾਂ ਫਸਟ ਟਰਮ ਇਸ ਤਰ੍ਹਾਂ ਹੀ ਲਿਖ ਲੈਣੀ ਹੈਗੀ x²। ਠੀਕ ਹੈ ਜੀ, ਇਹਨੂੰ ਆਪਾਂ ਜਿਹੜਾ ਸਪਲਿਟ ਕੀਤਾ ਦੋ ਪਾਰਟਸ ਦੇ ਵਿੱਚ, -5 + 2, -5 ਨਾਲ x ਹੈਗਾ ਤਾਂ ਆਪਾਂ x ਵੀ ਲਾਵਾਂਗੇ ਇੱਥੇ, -5x + 2x। ਠੀਕ ਹੈ ਜੀ, ਔਰ -10 ਵੀ ਆਪਾਂ ਸੇਮ ਹੀ ਰੱਖਦੇ ਨੇ ਐਜ਼ ਇਟ ਇਜ਼। ਜਿਹੜੀ ਫਸਟ ਸਟੈਪ ਵਿੱਚ ਆਪਾਂ ਕਰਨਾ ਕੀ ਹੈ, ਸਿਰਫ ਇਹਨੂੰ ਆਪਾਂ ਸਪਲਿਟ ਕੀਤਾ ਦੋ ਪਾਰਟਸ ਵਿੱਚ, ਦਿਸ ਐਂਡ ਦਿਸ। ਗੱਲ ਕਲੀਅਰ ਹੋ ਗਈ ਨਾ। ਜਸਟ ਮੈਥਡ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ, ਸਵਾਲ ਜਿਹੜਾ ਮਰਜ਼ੀ ਆ ਜਾਏ, ਜੋ ਮਰਜ਼ੀ ਰਕਮ ਆ ਜਾਏ, ਆਪਾਂ ਪ੍ਰੈਕਟਿਸ ਕਰ ਕਰਕੇ ਜਿਹੜਾ ਹੈਗਾ ਮੈਥਡ ਨੂੰ ਸਿੱਖ ਲੈਣਾ ਹੈਗਾ। ਸੋ ਦਿਸ ਇਜ਼ ਦਾ ਫਸਟ ਸਟੈਪ। ਕਲੀਅਰ ਹੋ ਗਿਆ। ਹੁਣ ਇਹਨੂੰ ਆਪਾਂ ਕਿਸ ਤਰ੍ਹਾਂ ਕਰਨਾ ਹੈਗਾ ਵਾ, ਇਹਦੇ ਆਪਾਂ ਪਾਰਟਸ ਬਣਾ ਲਏ। ਫਸਟ 2 ਪਾਰਟਸ ਵਿੱਚੋਂ ਕੀ ਕਾਮਨ ਆ ਰਿਹਾ ਆਪਣੇ ਕੋਲੇ, ਕਾਮਨ ਲੈ ਲਓ। ਕਾਮਨ ਕੀ ਇੱਥੇ x² ਹੈਗਾ, ਇੱਥੇ x ਹੈਗਾ, ਦੈਨ x ਕਾਮਨ ਆ ਸਕਦਾ ਇੱਥੋਂ, x² ਦੇ ਵਿੱਚੋਂ ਇੱਕ x ਕਾਮਨ ਲੈ ਲਿਆ, ਇੱਕ x ਅੰਦਰ ਰਹਿ ਗਿਆ ਆਪਣੇ ਕੋਲ, ਇੱਥੋਂ x² ਕਾਮਨ ਲਿਆ ਆਪਾਂ, ਅਤੇ ਕੀ ਰਹਿ ਗਿਆ -5 ਰਹਿ ਗਿਆ। ਠੀਕ ਹੈ ਜੀ, ਐਂਡ ਫਿਰ ਦੇਖੋ 2x ਐਂਡ -10 ਦੇ ਵਿੱਚ ਕੀ ਕਾਮਨ ਆ ਸਕਦਾ ਹੈਗਾ। ਠੀਕ ਹੈ, ਥੋੜ੍ਹੀ ਬਸ ਤੁਹਾਨੂੰ ਅੰਡਰਸਟੈਂਡਿੰਗ ਚਾਹੀਦੀ, ਕਿਉਂਕਿ 10th ਕਲਾਸ ਆਈ ਨਹੀਂ, ਅੰਡਰਸਟੈਂਡਿੰਗ ਤੁਹਾਡੇ ਕੋਲ ਹੈਗੀ ਹੈ, ਮੈਥਡ ਪਹਿਲਾਂ ਵੀ ਆਪਾਂ ਕੀਤਾ ਹੋਇਆ। ਸੋ 2 ਨਾਲ ਦੇਖੋ ਕਿ 2 ਦੇ ਟੇਬਲ 'ਚ 10 ਆ ਰਿਹਾ ਹੈਗਾ, ਇਟ ਮੀਨਸ 2 ਹੀ ਕਾਮਨ ਆ ਰਿਹਾ ਦੋਨੋਂ 'ਚ, 2 ਕਾਮਨ ਲੈ ਲਿਆ। ਇਸ ਤੋਂ ਇਲਾਵਾ ਕੀ ਰਹਿ ਗਿਆ ਅੰਦਰ ਆਪਣੇ ਕੋਲ x ਰਹਿ ਗਿਆ, ਔਰ 2 ਦੇ ਟੇਬਲ 'ਚ 10 ਕਿੱਥੇ ਆਊਗਾ 5 'ਤੇ।
ਤਾਂ ਇੱਥੇ ਤੁਹਾਨੂੰ ਇੱਕ ਆਈਡੀਆ ਹੋਰ ਮਿਲ ਜੂਗਾ ਵੀ ਤੁਸੀਂ ਸਹੀ ਕਰ ਰਹੇ ਹੋ ਗਲਤ ਕਰ ਰਹੇ ਹੋ। ਜੋ ਇੱਥੇ ਕਾਮਨ ਫੈਕਟਰ ਬਣਿਆ ਤੁਹਾਡੇ ਕੋਲੇ ਉਹੀ ਇੱਥੇ ਕਾਮਨ ਫੈਕਟਰ ਬਣੂਗਾ। ਕਲੀਅਰ ਹੈ? ਠੀਕ ਹੈ। ਜੇ ਇਹ ਦੋਨੋਂ ਸੇਮ ਬਣ ਗਏ ਇਟ ਮੀਨ ਤੁਸੀਂ ਸਹੀ ਕਰ ਰਹੇ ਹੋ। ਠੀਕ ਹੈ। ਤੇ ਜੇ ਗਲਤ ਬਣ ਰਿਹਾ ਇਟ ਮੀਨ ਤੁਸੀਂ ਫੈਕਟਰਾਈਜ਼ ਨੂੰ ਗਲਤ ਕਰ ਰਹੇ ਹੋ। ਸੋ ਇਸ ਤੋਂ ਬਾਅਦ ਤਾਂ ਕੁਝ ਬਚਿਆ ਹੀ ਨਹੀਂ। ਦੇਖੋ ਹੁਣ ਤੁਸੀਂ ਇੱਕ ਬਣ ਗਈ ਟਰਮ, ਇਹ ਸੈਕਿੰਡ ਟਰਮ ਬਣ ਗਈ। ਦੋਨਾਂ ਟਰਮ ਦੇ ਵਿੱਚ ਕੀ ਹੈਗਾ ਆਪਣੇ ਕੋਲ x-5 ਕਾਮਨ ਆ ਰਿਹਾ। ਦੇਖੋ ਇੱਥੇ ਵੀ ਹੈ ਔਰ ਇੱਥੇ ਵੀ ਹੈ। ਦੋਨਾਂ ਦੇ ਵਿੱਚੋਂ ਆਪਾਂ x-5 ਨੂੰ ਆਪਾਂ ਇੱਥੇ ਕਾਮਨ ਲਿਖ ਲਾਂਗੇ। x-5 ਕਾਮਨ ਲਿਖ ਲਿਆ ਆਪਾਂ ਔਰ ਇੱਥੇ ਕੀ ਰਹਿ ਗਿਆ ਆਪਣੇ ਕੋਲੇ x ਔਰ ਇੱਥੇ ਕੀ ਰਹਿ ਗਿਆ ਸੀ ਪਲੱਸ ਦੇ 2 ਐਂਡ ਥੀਜ਼ ਆਰ ਦਾ 2 ਫੈਕਟਰਸ ਆਫ ਦਿਸ ਕੁਆਡਰੈਟਿਕ ਇਕੁਏਸ਼ਨ। ਠੀਕ ਹੈ। ਪਹਿਲਾਂ ਫੈਕਟਰਾਈਜ਼ ਕਰ ਲਿਆ ਸੀ ਆਪਾਂ ਇਹਨੂੰ ਤੇ ਤੁਸੀਂ ਇਕੁਅਲ ਟੂ 0 ਠੀਕ ਹੈ ਨਾਲ ਨਾਲ ਪਾਈ ਜਾਣਾ ਹੈਗਾ ਤਾਂ ਕਿਉਂਕਿ ਇਕੁਏਸ਼ਨ ਆਪਾਂ ਕਰਦੇ ਪਏ ਹੈਗੇ ਤਾਂ ਜਸਟ ਪਹਿਲਾਂ ਆਪਾਂ ਇਹਨੂੰ ਫੈਕਟਰਾਈਜ਼ ਕਰ ਲਿਆ। ਦਿਸ ਇਜ਼ ਦਾ ਫੈਕਟਰਾਈਜੇਸ਼ਨ ਮੈਥਡ। तो फैक्टराइज करने तो बाद नैक्सट की है अपने को फाइंड करने आप जीरोज़, ये भी आप सैकेंड चैप्टर के जीरो फाइंड करने भी सीखे सी है ना। रूट्स फाइंड करने सेम थिंग है तो किमें फाइंड करते होंगे क्योंकि दो टर्म्स का प्रोडक्ट जीरो है आइदर दिस जीरो और दिस जीरो। आप कल्ले कल्ले या तो x-5 ਨੂੰ भी जीरो के बराबर रख लो तो अदर साइड अपने को है x+2 ਨੂੰ भी जीरो के इक्वल रख लो। दोनों फैक्टर अलग अलग आप जीरो के इक्वल रख लिया। हाँ तो इतों अपने को आ जाएगा फिर x इज़ इक्वल टू -5 इधर आके प्लस हो जाएगा 0 + 5 5 ही आ गया। x इज़ इक्वल टू 5। सिमिलरली x इधर +2 और इधर की बन जाएगा अपने को -2 बन जाएगा। x इज़ इक्वल टू -2 तो दो वैल्यूज़ ऑफ x आ गई अपने को 5 एंड -2। ठीक है। ये थोड़ा जोड़ा है मैथड आप सीखा हुआ ऑलरेडी भी जिन्ने दी पावर होगी मैक्सीमम उन्नियां दी वैल्यू आउणगियां इत्थे। ठीक है। मतलब ये सैकेंड डिग्री इक्वेशन हैगी तो जी है दो वैल्यूज़ आउणगियां अपने को, दो जीरोज़ आउणगियां, दो रूट्स आउणगे। तो दोनों रूट्स की बन गए x कैन बी 5 और x कैन बी -2 इन दिस इक्वेशन। तो ईजी मैथड है। ठीक है। वैरी ईजी है और तुसीं इहनूं होर प्रैक्टिस करना है। दिस इज़ द फर्स्ट क्वेश्चन ऑफ एक्सरसाइज 4.2। सैकेंड क्वेश्चन देखते हैं आप। ठीक है। सैकेंड क्वेश्चन की अपने को 2x² + x - 6। ठीक है। फर्स्ट क्वेश्चन के मैं थोड़ा ईजीली मैथड समझाया था कि थोड़ा टाइम लिया। ठीक है। हम यहाँ पर थोड़ा जिहा इनू फास्ट करांगे क्योंकि तुसीं मैथड समझ लग गया मैंने लगता। आप एक बार फिर ट्राई करते हैं सैकेंड पार्ट 2x² + x - 6 इज़ इक्वल टू 0। तो ये फिर मैथड आप हम देखना की सीगा फर्स्ट एंड लास्ट टर्म देखनी। ठीक है। आप फर्स्ट टर्म हैगी 2 इत्थे है लास्ट टर्म अपने को 6 तुसीं x² छड्ड भी सकते हैं। जस्ट तुसीं रेड अपना गुणांक ले लो। गुणांक की है कोफिशिएंट्स की है अपने को 2 मल्टीप्लाई करना है आप लास्ट टर्म की है -6 कितना बन गया -12। ठीक है। और अपने को मिडल टर्म की हैगी x का गुणांक कितना है इत्थे 1 +1। तो दोनों तुसीं जिहड़े हैगे इत्थे अपने रिक्वायर्ड फैक्टर्स तुसीं लिख ले। हुण देखना कि आपां बई इस 1 नूं यानी कि x के गुणांक 1 नूं आपां दो पार्ट्स डिवाइड करके लिखना है। इस तरह के पार्ट्स जिन्होंने गुणा करके -12 बनन तो जोड़ घटा के +1 बने अपने को। ठीक है। तो 12 देखो फिर अपने को कि टेबल आता भी अपने को देखते हैं 12 या तो होंगे अपने को 12 1 12 की 12 1 का डिफरेंस 11 बनता अपन इतने 1 नहीं मिल रहा। फिर 12 होंगे अपने को 6 दूनी 12 तो 6 2 कड्डे भी 4 होंगे 6 2 8 बनते हैं कोई रिलेशन नहीं अपने को। फिर 12 होंगे 3 चौके 12। ठीक है। ऑल फैक्टर्स आप जोड़े माइंड डिस्कस कर सकते हैं। तो 12 बनता अपने को 4 ते 3 का प्रोडक्ट बनता। ठीक है। वी कैन से 4 3 ज़ 12। ठीक है। तो अपने को दो फैक्टर आप फाइंड कर ले भी 4 ते 3 गुणा करिए 12 बन जाएंगे 4 3 कड्डे 1 भी बन जूगा। ठीक है जी। तो दोनों फैक्टर हम अपने एक साइन की लावेंगे प्लस का 1 चाहिए इट मीनस वड्डी रकम नाल प्लस का साइन लगेगा। ठीक है। तो इत्थे माइनस चाहिए तो इत्थे माइनस आप लानी पऊगी तो ही 4 3 कड्डे 1 आ जूगा 4 3 12 माइनस के भी बन जाएंगे। दो फैक्टर आप फाइंड कर ले। ठीक है। इस तरह करके ना इनू आप सॉल्व करते किस तरह तो लिखांगे इत्थे फर्स्ट टर्म एज इट इज़। ठीक है। लिखा सी आपां और लास्ट भी एज इट इज़। ठीक है। हुण इनू आप दो पार्ट्स डिवाइड किवें कीता हैगा +4 एंड -3। इन्हों आप लिखता +4x - 3x। x जरूर ना लिखना क्योंकि आप x की गल करते पे। ठीक है। 4x चों 3x माइनस किया 1x अपने को रह गया। तो इन्हों आप दो पार्ट्स इस तरह डिवाइड कर लिया। तुहानूं एरो लाउण की जरूरत नहीं है तुसीं सिर्फ सीखना है तुहाडे लई मैं लगा रहा है। तो उस तो बाद की सीगा ग्रुपिंग ऑफ टर्म्स पहलियां दो टर्म ग्रुप बना लिया आपां। ये देखो कॉमन की है 2 ते 4 दे विच कॉमन किहड़ा टेबल आ रहा 2 कॉमन आ गया। इत्थे भी x है इत्थे भी है इत्थे स्क्वायर है इत्थे कल्ला इट मीनस 1x आप कॉमन लै सकते इत्थों 2 कॉमन ले लिया x² x कॉमन ले लिया अंदर की रह गया अपने को 1x रह गया। ठीक है। और इत्थे x का कॉमन आप ले ही लिया 4 है 2 के टेबल 4 कितने आऊगा
2 2 ज़ा 4 2 रह गया। ठीक है जी। एंड इत्थों फिर देखना नैक्सट चों अपने कोल की है, दोनों च माइनस भी कॉमन हैगी, माइनस कॉमन ले लईए आपां। इत्थे 3 हैगा और 6 हैगा, 3 ਦੇ ਟੇਬਲ 6 ਆ ਰਿਹਾ, ਇਟ ਮੀਨਸ 3 ਕਾਮਨ ਆਪਾਂ ਲੈ ਸਕਦੇ ਹੈਗੇ। तो 3 ਕਾਮਨ ਲਾਵਾਂਗੇ, ਇੱਥੇ x ਰਹਿ ਗਿਆ। ਹੁਣ 3 ਦੇ ਟੇਬਲ 'ਚ 6 ਕਿੱਥੇ ਆਊਗਾ, 2 ਤੇ 2 ਆ ਗਿਆ। ਹੁਣ ਸਾਈਨ ਇੱਥੇ ਕੀ ਲਵਾਂਗੇ ਆਪਾਂ, ਕਿਉਂਕਿ ਮਾਈਨਸ ਦਾ ਆਪਾਂ ਕਾਮਨ ਲੈ ਲਈਏ ਤਾਂ ਇੱਥੇ ਕੀ ਰਹੇਗਾ ਆਪਣੇ ਕੋਲੇ ਪਲੱਸ। ਫਿਰ ਕਲੀਅਰ ਹੋ ਗਿਆ। ਸੈਕਿੰਡ ਕੰਸੈਪਟ ਆਪਾਂ ਕਿਹਾ ਸੀ ਵੀ ਆਹ ਵਾਲਾ ਫੈਕਟਰ ਇੱਥੇ ਸੇਮ ਬਣੇਗਾ। ਠੀਕ ਹੈ ਬੱਚੇ, ਇਹ ਵਾਲਾ ਫੈਕਟਰ ਇੱਥੇ ਸੇਮ ਬਣੇਗਾ, ਹਮੇਸ਼ਾ ਹੀ ਸੇਮ ਬਣੇਗਾ। ਸੇਮ ਬਣੇਗਾ ਤਾਂ ਹੀ ਆਪਾਂ ਜਿਹੜਾ ਅੱਗੇ ਫਰਦਰ ਮੂਵ ਕਰਾਂਗੇ, ਤੁਹਾਨੂੰ ਪਤਾ ਲੱਗ ਜੂ ਆਪਾਂ ਸਹੀ ਕਰ ਰਹੇ ਹੈਗੇ। ਸੋ ਇਹ ਕਾਮਨ ਫੈਕਟਰ ਦੋਨੋਂ 'ਚ ਫਿਰ ਇਹੀ ਆ ਗਿਆ ਕਿ ਆਪਾਂ ਕਾਮਨ ਲੈ ਲਿਆ x + 2। ਤਾਂ ਇਸ ਤੋਂ ਇਲਾਵਾ ਕੀ ਰਹਿ ਗਿਆ 2x, ਇੱਥੇ ਰਹਿ ਗਿਆ -3। ਹੇਅਰ ਆਰ 2 ਫੈਕਟਰਸ ਐਂਡ ਇਕੁਅਲ ਟੂ 0 ਲਿਖਣਾ ਨਹੀਂ ਭੁੱਲਣਾ ਬੱਚੇ। ਠੀਕ ਹੈ, ਤੇ ਇਸ ਤਰ੍ਹਾਂ 2 ਫੈਕਟਰਸ ਬਣ ਗਏ। ਤਾਂ ਇਹਨਾਂ ਦਾ ਪ੍ਰੋਡਕਟ 0 ਹੈਗਾ, ਇਟ ਮੀਨਸ ਆਈਦਰ ਦਿਸ 0 ਔਰ ਦਿਸ 0। ਜਾਂ ਤਾਂ ਇਹ 0 ਹੈਗਾ, ਆਪਾਂ ਲਿਖਦੇ ਹਾਂ x + 2 = 0, ਔਰ ਆਪਣੇ ਕੋਲੇ ਐਂਡ ਜਿਹੜਾ ਹੈਗਾ ਇੱਧਰ ਪਾਸ ਸੈਕਿੰਡ ਆਪਾਂ ਲਿਖਦੇ ਹੈਗੇ 2x - 3 = 0। ਸੋ ਫਾਈਂਡ ਕਰਾਂਗੇ ਆਪਾਂ। ਇੱਥੇ +2 ਹੈਗਾ, ਵੀ ਕੈਨ ਸੇ x = -2 ਆ ਗਿਆ। ਠੀਕ ਹੈ, ਇੱਥੋਂ 2x ਸੀਗਾ, -3 ਰਾਈਟ ਸਾਈਡ ਆ ਕੇ +3 ਬਣ ਗਿਆ। ਦੈਨ x ਦੀ ਵੈਲਿਊ ਫਾਈਂਡ ਕਰਨੀ ਆਪਾਂ, 3 ਨੂੰ ਇਸ 2 ਦੇ ਨਾਲ ਆਪਾਂ ਡਿਵਾਈਡ ਕਰਾਂਗੇ। ਦੈਨ x = 3/2। ਤਾਂ 2 ਵੈਲਿਊਜ਼ ਆਫ x ਕੀ ਆ ਗਈਆਂ -2 ਐਂਡ 3/2। ਸਮਝ ਲੱਗੀ ਬੱਚੇ। ਇਹ ਸੀ ਆਪਣਾ ਸੈਕਿੰਡ ਪਾਰਟ। ਦੇਖ ਲਓ ਡਿਫਰੈਂਸ ਕੀ ਸੀ ਇਹ 'ਚ, ਸਿਰਫ ਇਹਦੇ ਨਾਲ x ਦਾ ਕੋਫੀਸ਼ੀਐਂਟ ਜਿਹੜਾ ਹੈਗਾ 2 ਸੀਗਾ, ਉੱਥੇ ਜਿਹੜਾ ਹੈਗਾ ਫਸਟ ਸਮ ਦੇ ਵਿੱਚ ਇੱਥੇ ਕੋਫੀਸ਼ੀਐਂਟ ਕਿੰਨਾ ਸੀ ਆਪਣੇ ਕੋਲੇ 1 ਸੀਗਾ। ਠੀਕ ਹੈ, ਤਾਂ ਸਿਰਫ ਕਰਨਾ ਕਿ ਆਪਾਂ ਫਸਟ ਨੂੰ ਲਾਸਟ ਨਾਲ ਮਲਟੀਪਲਾਈ ਕਰਕੇ ਦੇਖ ਲੈਣਾ ਹੈਗਾ, ਜਿੰਨਾ ਬਣ ਗਿਆ। ਫਿਰ ਆਪਾਂ ਮਿਡਲ ਟਰਮ ਦੇਖਣੀ ਹੁੰਦੀ ਹੈ, ਫਿਰ ਆਪਾਂ ਫੈਕਟਰ ਸੋਚਣੇ। ਠੀਕ ਹੈ, ਸੋਚਣ ਤੋਂ ਬਾਅਦ ਆਪਾਂ ਇੱਥੇ ਲਿਖਣੇ ਹੈਗੇ ਆ। ਈਜ਼ੀ ਮੈਥਡ ਹੈਗਾ, ਔਰ ਇਹ 'ਚ ਟਾਈਮ ਘੱਟ ਲੱਗਦਾ ਹੈਗਾ। ਤੁਸੀਂ ਜਿਹਨੂੰ ਪ੍ਰੈਕਟਿਸ ਹੋਗੀ ਨਾ, ਬਹੁਤ ਘੱਟ ਟਾਈਮ ਲੱਗੂਗਾ, ਔਰ ਜਿਹੜਾ ਹੈਗਾ ਸਮ ਵੀ ਛੋਟਾ ਜਿਹਾ ਬਣ ਜਾਂਦਾ ਇਹਦੇ ਨਾਲ ਸੋਲਵ ਕਰਦੇ ਆਪਾਂ ਜਦੋਂ। ਈਜ਼ੀ ਮੈਥਡ ਹੈਗਾ। ਸੋ ਜਦੋਂ ਰਕਮਾਂ ਵੱਡੀਆਂ ਹੋਣਗੀਆਂ ਫਿਰ ਆਪਾਂ ਅਦਰ ਮੈਥਡ ਬਾਰੇ ਜਿਹੜਾ ਹੈਗਾ ਗੱਲ ਕਰਦੇ ਹੈਗੇ। ਛੋਟੀਆਂ ਰਕਮਾਂ ਦੇ ਵਿੱਚ ਇਹ ਮੈਥਡ ਵਧੀਆ ਲੱਗਦਾ ਆਪਾਂ ਨੂੰ ਸੋਲਵ ਕਰਨਾ, ਔਰ ਈਜ਼ੀ ਹੁੰਦਾ ਹੈਗਾ। ਠੀਕ ਹੈ, ਨਾਓ ਮੂਵ ਟੂ ਦ ਨੈਕਸਟ ਕੁਐਸਚਨ। ਸੋ ਥਰਡ ਪਾਰਟ ਹੈ ਆਪਣੇ ਕੋਲ ਬੱਚੇ ਵਰਗਮੂਲ ਵਾਲਾ ਸਵਾਲ ਹੈਗਾ ਆਪਣੇ ਕੋਲੇ। ਤੁਸੀਂ ਰਕਮ ਦੇਖ ਕੇ ਜਿਹੜਾ ਹੈਗਾ ਇਹਨੂੰ ਘਬਰਾਉਣਾ ਨਹੀਂ ਵੀ ਵਰਗਮੂਲ ਆ ਗਿਆ ਇਹਦੇ ਵਿੱਚ, ਤਾਂ ਕੋਈ ਵੱਡੀ ਗੱਲ ਨਹੀਂ। ਸਿਰਫ ਆਪਾਂ ਨੇ ਜਿਹੜਾ ਮੈਥਡ ਜਿਸ ਤਰ੍ਹਾਂ ਸਿੱਖਿਆ ਹੈਗਾ, ਮੈਥਡ ਆਪਾਂ ਉਸ ਤਰ੍ਹਾਂ ਹੀ ਅਪਲਾਈ ਕਰਨਾ ਹੈਗਾ। ਕੀ ਕਰਨਾ ਹੁੰਦਾ ਆਪਾਂ ਇਹਦੇ ਵਿੱਚ, ਫਸਟ ਤੇ ਲਾਸਟ ਟਰਮ ਨੂੰ ਆਪਾਂ ਨੇ ਮਲਟੀਪਲਾਈ ਕਰਨਾ ਹੁੰਦਾ। ਫਸਟ ਟਰਮ ਹੈਗੀ ਆਪਣੇ ਕੋਲੇ √2x² ਐਂਡ ਲਾਸਟ ਟਰਮ ਹੈਗੀ ਆਪਣੇ ਕੋਲੇ 5√2। ਤਾਂ ਕਿਸ ਤਰ੍ਹਾਂ ਮਲਟੀਪਲਾਈ ਕਰਾਂਗੇ ਆਪਾਂ, ਦੇਖੋ √5 ਨੂੰ ਮਲਟੀਪਲਾਈ ਕਰਨਾ ਆਪਾਂ, ਲਾਸਟ ਟਰਮ ਕੀ ਹੈਗੀ ਆ 5√2। ਕਿੰਨਾ ਬਣ ਗਿਆ ਇਹ ਵੀ ਦੇਖੋ, √2 ਨੂੰ √2 ਨਾਲ ਮਲਟੀਪਲਾਈ ਕੀਤਾ 2 ਆ ਜਾਏਗਾ। ਠੀਕ ਹੈ, 5 ਤਾਂ ਉਸ ਤਰ੍ਹਾਂ ਹੀ ਆ ਗਿਆ, ਵਰਗਮੂਲ 2 ਨੂੰ ਵਰਗਮੂਲ 2 ਨਾਲ ਕੀਤਾ 2 ਆ ਗਿਆ, 5 ਦੂਣੀ ਕਿੰਨਾ ਬਣ ਗਿਆ 10। ਤਾਂ ਮਲਟੀਪਲਾਈ ਕਰਕੇ ਬਣਨਾ ਚਾਹੀਦਾ ਆਪਣੇ ਕੋਲੇ 10। ਅਤੇ ਇੱਥੇ x ਦਾ ਗੁਣਾ ਕਿੰਨਾ ਹੈਗਾ, ਕੋਫੀਸ਼ੀਐਂਟ ਆਫ x ਦੇयर ਇਜ਼ +7। ਤਾਂ ਆਹ 2 ਚੀਜ਼ਾਂ ਆਪਾਂ ਨੇ ਫਾਈਂਡ ਕਰਨੀਆਂ ਹੁੰਦੀਆਂ, ਹਰੇਕ ਸਮ 'ਚੋਂ ਪਹਿਲਾਂ ਫਾਈਂਡ ਕਰ ਲਈਆਂ 10 ਐਂਡ +7। ਤਾਂ ਆਪਾਂ ਕਰਨਾ ਕਿ 7 ਨੂੰ ਜਿਹੜਾ ਹੈਗਾ 2 ਟਰਮ ਦੇ ਵਿੱਚ ਆਪਾਂ ਸਪਲਿਟ ਕਰਨਾ ਹੈਗਾ 7x ਨੂੰ, ਜਿਨ੍ਹਾਂ ਨੂੰ ਗੁਣਾ ਕਰਕੇ 10 ਬਣੇ ਔਰ ਘਟਾ ਕੇ ਜਾਂ ਜੋੜ ਕੇ 7 ਬਣੇ ਆਪਣੇ ਕੋਲੇ। ਤਾਂ ਈਜ਼ੀ ਹੈਗਾ ਇਹ ਤਾਂ, 5 ਦੂਣੀ 10 ਬਣ ਜਾਣਗੇ ਅਤੇ 5 ਤੇ 2 7 ਬਣ ਜਾਣਗੇ ਆਪਣੇ ਕੋਲੇ। 5 ਐਂਡ 2 ਫੈਕਟਰ ਸਾਰੇ ਪਾਸੇ ++ ਹੀ ਹੈਗਾ, ਔਰ ਇਹ ਵੀ ਪਲੱਸ ਇਹ ਵੀ ਪਲੱਸ ਆ ਜਾਏਗਾ। ਠੀਕ ਹੈ, ਤਾਂ ਫਸਟ ਟਰਮ ਐਜ਼ ਇਟ ਇਜ਼ ਲਿਖਣੀ ਹੁੰਦੀ ਆਪਾਂ √2x² ਐਂਡ ਲਾਸਟ ਵੀ ਆਪਾਂ ਐਜ਼ ਇਟ ਇਜ਼ ਲਿਖਣੀ ਹੁੰਦੀ ਹੈ, ਉਸ ਤਰ੍ਹਾਂ ਲਿਖ ਲਿਆ ਕਰੋ ਪਹਿਲਾਂ। ਠੀਕ ਹੈ, ਔਰ = 0 ਲਿਖਣਾ ਹੈਗਾ। ਕੀਤਾ ਕਿ ਆਪਾਂ ਸੈਂਟਰ ਵਾਲੀ ਟਰਮ ਨੂੰ 2 ਪਾਰਟਸ 'ਚ ਆਪਾਂ ਡਿਵਾਈਡ ਕੀਤਾ। ਇਹਨੂੰ ਲਿਖਤਾ ਆਪਾਂ +5x ਔਰ +2x। 5 + 2 7x ਬਣ ਜਾਏਗਾ ਨਾ, ਔਰ 5 ਨੂੰ 2 ਨਾਲ ਮਲਟੀਪਲਾਈ ਕਰੋ ਕਿੰਨਾ ਆ ਜਾਏਗਾ ਆਪਣੇ ਕੋਲੇ 10 ਵੀ ਆ ਜਾਏਗਾ। ਠੀਕ ਹੈ, ਤਾਂ ਫਿਰ ਗਰੁੱਪਿੰਗ ਆਫ ਟਰਮਸ ਕਰਨਾ ਹੁੰਦਾ ਆਪਾਂ। ਠੀਕ ਹੈ ਜੀ, ਗਰੁੱਪਿੰਗ ਆਫ ਟਰਮਸ ਐਂਡ ਦੈਨ ਆਪਾਂ ਨੇ ਲੈਣਾ ਹੁੰਦਾ ਹੈਗਾ ਕਾਮਨ। ਗਰੁੱਪਿੰਗ ਆਫ ਟਰਮ ਕਰਨ ਤੋਂ ਬਾਅਦ ਦੇਖੋ ਤੁਸੀਂ ਵੀ ਇਹਨਾਂ ਵਿੱਚ ਕੀ ਕਾਮਨ ਆ ਰਿਹਾ ਆਪਣੇ ਕੋਲ, √2 ਦੇ 5 ਦਾ ਕੁਛ ਵੀ ਕਾਮਨ ਨਹੀਂ ਹੈ, ਸਿਰਫ x ਹੀ ਕਾਮਨ ਹੈ। ਤਾਂ ਆਪਾਂ ਨੇ ਇੱਥੇ x ਕਾਮਨ ਲੈ ਲਿਆ। ਇਸ ਤੋਂ ਇਲਾਵਾ ਇੱਥੇ ਕੀ ਰਹਿ ਗਿਆ, ਵਰਗਮੂਲ 2 ਅੰਦਰ ਆ ਗਿਆ, x² ਸੀ, ਆਪਾਂ 1x ਕਾਮਨ ਲੈ ਲਿਆ, 1x ਰਹਿ ਗਿਆ। ਇੱਥੋਂ ਨੇ x ਕਾਮਨ ਲਿਆ ਅਤੇ 5 ਰਹਿ ਗਿਆ। ਠੀਕ ਹੈ ਜੀ, ਫਿਰ ਲਾਸਟ ਗਰੁੱਪ ਦੇ ਵਿੱਚ ਦੇਖੋ ਇੱਥੋਂ ਕੀ ਕਾਮਨ ਆ ਰਿਹਾ ਆਪਣੇ ਕੋਲੇ, ਇੱਥੇ ਕਾਮਨ ਆ ਰਿਹਾ ਆਪਣੇ ਕੋਲੇ ਦੇਖੋ x ਹੈ ਨਹੀਂ ਇੱਥੇ। ਹੁਣ ਤੁਹਾਨੂੰ ਦੇਖਣ ਨੂੰ ਇੱਥੇ ਲੱਗਦਾ ਇੱਥੇ 2 ਆ, ਇੱਥੇ ਵਰਗਮੂਲ 2 ਆ, ਇੱਥੇ 5 ਤਾਂ ਕਾਮਨ ਹੈ ਹੀ ਨਹੀਂ ਗਾ। 2 ਅਤੇ ਵਰਗਮੂਲ 2 'ਚ ਕੀ ਕਾਮਨ ਹੋ ਸਕਦਾ ਆਪਣੇ ਕੋਲੇ, ਤੁਸੀਂ ਦੇਖੋ ਜੇ ਮਲਟੀਪਲਾਈ ਕੀਤਾ ਸੀ ਆਪਾਂ ਵਰਗਮੂਲ 2 ਨੂੰ ਵਰਗਮੂਲ 2 ਨਾਲ ਗੁਣਾ ਕੀਤਾ ਸੀ ਆਪਾਂ, ਤਾਂ ਕਿੰਨਾ ਬਣ ਗਿਆ ਸੀ 2। ਮੈਂ ਦੁਬਾਰਾ ਲਿਖਦਾ ਇੱਥੇ ਵਰਗਮੂਲ 2 ਗੁਣਾ ਵਰਗਮੂਲ 2 ਬਰਾਬਰ ਆਪਣੇ ਕੋਲ 2 ਬਣ ਜਾਂਦਾ। ਠੀਕ ਹੈ, ਤਾਂ ਇਟ ਮੀਨਸ ਜਦੋਂ ਵਰਗਮੂਲ ਨਹੀਂ ਪੂਰਾ 2 ਲਿਖਿਆ ਤਾਂ ਇਸ 2 ਨੂੰ ਆਪਾਂ ਵਰਗਮੂਲ 2 ਗੁਣਾ ਵਰਗਮੂਲ 2 ਲਿਖ ਹੀ ਸਕਦੇ ਹਾਂ। ਜੇ ਆਪਾਂ ਇਹਨੂੰ 2 ਲਿਖ ਸਕਦੇ ਹਾਂ, 2 ਨੂੰ ਵੀ ਆਪਾਂ ਇਸ ਤਰ੍ਹਾਂ ਲਿਖ ਹੀ ਸਕਦੇ ਹਾਂ। ਫਿਰ
2 ਦੇ ਵਿੱਚ ਆਪਾਂ ਲਿਖ ਸਕਦੇ ਹੈਗੇ ਆ, ਕਿਉਂਕਿ ਵਰਗਮੂਲ 2 ਅੱਧੀ ਪਾਵਰ ਹੁੰਦੀ ਹੈਗੀ, ਅੱਧੀ ਪਾਵਰ ਅੱਧੀ ਤੇ ਅੱਧੀ 1 ਬਣ ਜਾਂਦੀ ਪਾਵਰ ਆਪਣੇ ਕੋਲੇ, ਸਮਝ ਲੱਗੀ। ਸੋ ਇਟ ਮੀਨਸ ਇਸ 2 ਦੇ ਵਿੱਚ ਆਪਣੇ ਕੋਲੇ √2 ਵੀ ਹੈਗਾ, √2 ਵੀ 2 ਵਾਰੀ ਹੈਗਾ ਆਪਣੇ ਕੋਲੇ, ਵਰਗਮੂਲ 2 ਵਾਰੀ ਹੈਗਾ ਇਹ, ਠੀਕ ਹੈ, ਇਹਦੇ ਵਿੱਚ ਹੈਗਾ। ਇਹਨੂੰ ਅਲੱਗ-ਅਲੱਗ ਲਿਖਣ ਦੀ ਜ਼ਰੂਰਤ ਨਹੀਂ, ਪਰ ਮਾਈਂਡ ਤੁਹਾਡੇ ਵਿੱਚ ਹੋਣਾ ਚਾਹੀਦਾ ਇਸ ਤਰ੍ਹਾਂ ਕਰਕੇ। ਤਾਂ ਦੇਖੋ ਹੁਣ ਇੱਥੇ ਵਰਗਮੂਲ 2 ਹੈਗਾ, ਇੱਥੇ ਵੀ ਹੈਗਾ, ਤਾਂ ਦੋਨੋਂ 'ਚੋਂ ਫਿਰ ਕਾਮਨ ਕੀ ਬਣ ਰਿਹਾ, ਵਰਗਮੂਲ 2 ਹੀ ਕਾਮਨ ਬਣ ਰਿਹਾ ਹੈ। ਦੇਖੋ ਜਦੋਂ ਇੱਕ ਆਪਾਂ ਵਰਗਮੂਲ 2 ਕਾਮਨ ਲੈ ਲਿਆ ਤਾਂ ਇੱਕ ਵਰਗਮੂਲ 2 ਅੰਦਰ ਆ ਜਾਏਗਾ, ਠੀਕ ਹੈ, ਨਾਲ ਦੇ ਐਕਸ ਵੀ ਹੈ ਕਿਉਂਕਿ ਐਕਸ ਦੋਨੋਂ 'ਚ ਕਾਮਨ ਨਹੀਂ, ਅੰਦਰ ਹੀ ਰਹੂਗੀ ਐਕਸ ਵੀ। ਔਰ ਇੱਥੋਂ ਵਰਗਮੂਲ 2 ਕਾਮਨ ਲਿੱਤਾ, ਇੱਥੇ ਕੀ ਰਹਿ ਇਕੱਲਾ 5। ਅਗੇਨ ਤੁਸੀਂ ਜਿਹੜਾ ਦੇਖ ਸਕਦੇ ਹੋ ਇੱਥੇ ਕੀ ਬਣ ਰਿਹਾ ਆਪਣੇ ਕੋਲੇ, ਦਿਸ ਫੈਕਟਰ ਇਜ਼ ਕਾਮਨ, ਕਾਮਨ ਬਣ ਗਿਆ ਨਾ, ਇਟ ਮੀਨਸ ਵੀ ਆਰ ਜਿਹੜਾ ਹੈਗਾ ਡੂਇੰਗ ਰਾਈਟ। ਤਾਂ ਇਹ ਜੋ ਕਾਮਨ ਫੈਕਟਰ ਆ ਫਿਰ ਆਪਾਂ ਕਾਮਨ ਲੈ ਲੈਂਦੇ ਹੁੰਦੇ ਹਾਂ, ਠੀਕ ਹੈ। ਇਸ ਤੋਂ ਬਾਅਦ ਕੀ ਰਹਿ ਗਿਆ ਆਪਣੇ ਕੋਲੇ ਬਾਹਰ ਐਕਸ, ਤੇ ਇੱਥੇ ਰਹਿ ਗਿਆ ਵਰਗਮੂਲ 2 ਇਜ਼ ਇਕੁਅਲ ਟੂ 0 ਐਂਡ 0, ਠੀਕ ਹੈ ਜੀ। ਫਿਰ ਅਗੇਨ ਕੀ ਕਰਦੇ ਹੁੰਦੇ ਆਪਾਂ, ਇਕੁਅਲ ਟੂ 0 ਅਲੱਗ-ਅਲੱਗ, ਆਈਦਰ ਦਿਸ ਔਰ ਦਿਸ ਇਜ਼ ਇਕੁਅਲ ਟੂ 0 ਐਂਡ ਇੱਧਰਲੇ ਪਾਸੇ ਆ ਜਾਏਗਾ ਐਕਸ ਵਰਗਮੂਲ 2 ਇਜ਼ ਇਕੁਅਲ ਟੂ 0। ਇੱਥੋਂ ਨੇ ਹੁਣ ਐਕਸ ਦਾ ਮੁੱਲ ਕਿਵੇਂ ਪਤਾ ਕਰਾਂਗੇ ਆਪਾਂ ਨੇ, ਵਰਗਮੂਲ 2x ਉਵੇਂ ਲਿਖ ਲਿਆ, ਪਲੱਸ ਦਾ 5 ਇੱਧਰ ਆ ਕੀ ਹੋ ਗਿਆ ਮਾਈਨਸ, ਠੀਕ ਹੈ। ਆਪਾਂ ਨੇ ਐਕਸ ਦਾ ਮੁੱਲ ਪਤਾ ਕਰਨਾ, ਐਕਸ ਕੱਲੀ ਰੱਖ ਲਓ ਇੱਥੇ, ਤੇ ਜਿਹੜਾ ਵਰਗਮੂਲ 2 ਇੱਧਰ ਆ ਕੀ ਹੋ ਜਾਊਗਾ ਡਿਵਾਈਡ, ਤਾਂ -5 ਬਟੇ ਵਰਗਮੂਲ 2 ਪਹਿਲਾ ਮੁੱਲ ਆ ਗਿਆ। ਔਰ ਸੈਕਿੰਡ ਮੁੱਲ ਆਪਣੇ ਕੋਲ ਕੀ ਆ ਗਿਆ ਇੱਥੋਂ, x ਇਜ਼ ਇਕੁਅਲ ਟੂ ਪਲੱਸ ਦਾ ਵਰਗਮੂਲ 2 ਹੈ, ਇਹੀ ਇੱਧਰ ਆ ਕੇ ਮਾਈਨਸ ਦਾ ਵਰਗਮੂਲ 2 ਬਣ ਗਿਆ, ਤਾਂ ਇਹ ਸੈਕਿੰਡ ਵੈਲਿਊ ਹੋ ਗਈ, ਇਹ ਆਪਣੀ ਫਸਟ ਵੈਲਿਊ ਹੋ ਗਈ। these are the two values of x in this case, clear ਹੈ। ਇਹ ਸੀ ਕੁਐਸਚਨ ਨੰਬਰ 3। ਨਾਓ ਕੁਐਸਚਨ ਨੰਬਰ 4 ਆਪਾਂ ਦੇਖਦੇ ਹਾਂ। ਨੈਕਸਟ ਪਾਰਟ ਜਿਹੜਾ ਆਪਣੇ ਕੋਲ ਹੈ ਪਾਰਟ 4 ਫਸਟ ਕੁਐਸਚਨ ਦਾ, ਦੈਟ ਇਜ਼ 2x² - x + 1/8, ਦਿਸ ਇਜ਼ ਦਾ ਕੁਐਸਚਨ, ਠੀਕ ਹੈ। ਇਹਦੇ ਵਿੱਚ ਕੀ ਹੈ, ਤੁਸੀਂ ਪਹਿਲਾਂ 1/8 ਵੱਡਿਆਂ 'ਚ ਆ ਗਿਆ, ਇਹਨੂੰ ਤੁਸੀਂ ਸਿੰਪਲੀਫਾਈ ਕਿਵੇਂ ਕਰ ਸਕਦੇ ਹਾਂ, ਸਾਰੀ ਇਕੁਏਸ਼ਨ ਨੂੰ 8 ਨਾਲ ਮਲਟੀਪਲਾਈ ਕਰ ਦਿਓ, ਠੀਕ ਹੈ। ਜਦੋਂ ਮਲਟੀਪਲਾਈ ਕਰੋਗੇ ਤਾਂ ਕੀ ਬਣ ਜਾਏਗਾ, ਦੇਖੋ ਮਲਟੀਪਲਾਈਂਗ ਬਾਈ 8 ਔਨ ਬੋਥ ਸਾਈਡਸ, ਠੀਕ ਹੈ। ਕਿਉਂਕਿ ਇਕੁਏਸ਼ਨ ਹੈਗੀ ਆ, ਇਕੁਏਸ਼ਨ ਇੱਕ ਤੱਕੜੀ ਵਾਂਗੂ ਹੁੰਦੀ ਪੁੱਤਰ ਜੀ ਨਾ, ਤੁਸੀਂ ਛੋਟੀਆਂ ਕਲਾਸਾਂ 'ਚ ਪੜ੍ਹਿਆ 7th 6th ਦੇ ਵਿੱਚ ਕਿ ਇੱਕ ਤੱਕੜੀ ਵਾਂਗੂ ਹੁੰਦੀ, ਤਰਾਜ਼ੂ ਵਾਂਗੂ ਹੁੰਦੀ ਹੈ, ਜਿਸ 'ਚ ਆਪਾਂ ਕੋਈ ਵੀ ਕੰਮ ਇੱਕ ਪਾਸੇ ਨਹੀਂ ਕਰ ਸਕਦੇ, ਕੁਛ ਵੀ ਘਟਾਉਣਾ ਹੈ ਜੋੜਨਾ ਦੋਨੋਂ ਪਾਸੇ ਕਰਨਾ ਪੈਂਦਾ ਨਾ, ਫਿਰ ਉਹਦੀ ਜਿਹੜੀ ਹੈਗੀ ਇਕੁਐਲਿਟੀ ਕਾਇਮ ਰਹਿੰਦੀ ਹੈਗੀ ਆ। ਸੋ ਆਪਾਂ ਨੇ ਮਲਟੀਪਲਾਈ ਕਰਨਾ ਹੈ 8 ਨਾਲ ਔਨ ਬੋਥ ਸਾਈਡਸ ਆਫ ਇਕੁਏਸ਼ਨ 1। ਤਾਂ ਇਕੁਏਸ਼ਨ ਦੇ ਵਿੱਚ ਆਪਾਂ 8 ਨਾਲ ਮਲਟੀਪਲਾਈ ਕਰਾਂਗੇ, ਕਿੰਨਾ ਆ ਜਾਏਗਾ, ਇੱਥੇ ਜੋ 8 ਨਾਲ ਕੀਤਾ 8 ਦੂਣੀ ਕਿੰਨੇ ਬਣ ਗਏ ਆਪਣੇ ਕੋਲੇ 16, ਇੱਥੇ ਜੋ 8 ਨਾਲ ਕੀਤਾ ਆਪਾਂ 8 ਗੁਣਾ x ਕਿੰਨਾ ਬਣ ਜਾਏਗਾ 8x, ਔਰ ਜੋ ਆਪਾਂ ਇੱਥੇ 8 ਨਾਲ ਮਲਟੀਪਲਾਈ ਕਰਾਂਗੇ 8 ਨਾਲ 8 ਕੀ ਹੋ ਜਾਊਗਾ ਕੈਂਸਲ, ਤੱਕ ਨਾ ਰਹਿ ਜਾਏਗਾ ਆਪਣੇ ਕੋਲੇ 1 ਇਜ਼ ਇਕੁਅਲ ਟੂ 0। ਤੁਸੀਂ ਇਸ ਤਰ੍ਹਾਂ ਨਹੀਂ ਲਿਖਣਾ, ਠੀਕ ਹੈ, ਰਫ ਕੰਮ 'ਚ ਕਰਕੇ ਦੇਖ ਲਓ, ਪਹਿਲੀ ਗੱਲ ਆ, ਪਰ ਤੁਹਾਨੂੰ ਮੈਂ ਜਿਹੜਾ ਸਮਝਾਤਾ ਇਸ ਤਰ੍ਹਾਂ ਬਣਦਾ। ਸੋ ਇਕੁਏਸ਼ਨ ਬਣ ਗਈ 16x² - 8x + 1 ਇਜ਼ ਇਕੁਅਲ ਟੂ 0। ਤਾਂ ਇਹ ਫਿਰ ਸੇਮ ਆਪਣੇ ਕੋਲ ਇਕੁਏਸ਼ਨ ਬਣ ਗਈ। ਇਹਨੂੰ ਆਪਾਂ ਈਜ਼ੀਲੀ ਕੀ ਕਰਨਾ ਹੁੰਦਾ, ਠੀਕ ਹੈ, ਫਟਾਫਟ ਦੱਸਦਾ ਮੈਂ ਕੀ ਹੈ। ਫਸਟ ਨੂੰ ਲਾਸਟ ਨਾਲ ਮਲਟੀਪਲਾਈ ਕਰਨਾ, 16 × 16 ਬਣਨੇ ਚਾਹੀਦੇ ਆ, ਠੀਕ ਹੈ। ਔਰ ਇੱਥੇ ਬਣਨੇ ਚਾਹੀਦੇ ਆਪਣੇ ਕੋਲੇ -8। ਤਾਂ -8 ਨੂੰ ਆਪਾਂ 2 ਪਾਰਟਸ ਵਿੱਚ ਡਿਵਾਈਡ ਕਰਨਾ ਹੈਗਾ, ਤਾਂ ਕਿ ਆਪਣੇ ਕੋਲੇ ਜੋੜ ਘਟਾ ਕੇ -8 ਬਣਨ ਔਰ ਗੁਣਾ ਕਰਕੇ ਕਿੰਨੇ ਬਣਨ ਆਪਣੇ ਕੋਲੇ 16, ਯਾਨੀ ਕਿ ਪਲੱਸ ਦੇ 16 ਬਣਨ, ਠੀਕ ਹੈ। ਤੋ ਸੋਚੋ, ਫਸਟ ਟਰਮ ਨੂੰ ਆਪਾਂ ਐਜ਼ ਇਟ ਲਿਖਣਾ ਹੁੰਦਾ ਐਜ਼ ਇਟ ਇਜ਼, ਔਰ ਲਾਸਟ ਨੂੰ ਆਪਾਂ ਐਜ਼ ਇਟ ਇਜ਼ ਲਿਖਣਾ ਹੁੰਦਾ ਹੈਗਾ। ਇਹਦੇ ਆਪਾਂ 2 ਪਾਰਟਸ ਕਰਨੇ ਹੈਗੇ ਆ, ਪਾਰਟਸ ਸੋਚੋ ਕਿਹੜੇ ਕਿਹੜੇ ਪਾਰਟਸ ਬਣਨਗੇ। ਹਾਂਜੀ, ਹੁਣ ਦੇਖੋ 16 ਬਣਾਉਣੇ ਆਪਾਂ, 16 ਕਿੱਥੇ ਕਿੱਥੇ ਬਣਦੇ ਹੈਗੇ ਆ, ਜਾਂ ਤਾਂ 8 ਦੂਣੀ ਵੀ 16 ਹੁੰਦੇ ਹੈਗੇ, ਠੀਕ ਹੈ। 8 ਦੂਣੀ 16 ਬਣਾਵਾਂਗੇ ਜਦੋਂ ਆਪਾਂ, ਤੇ 8 ਦੇ 2 ਕੱਢੇ 6, ਜਾਂ 8 ਤੋਂ 10 ਬਣਨਗੇ। ਆਪਾਂ ਨੂੰ ਕੁਛ ਨਹੀਂ ਚਾਹੀਦਾ ਇੱਥੇ, ਨਾ 6 ਨਾ 10, ਆਪਾਂ ਨੂੰ ਚਾਹੀਦੇ -8। ਹੋਰ 16 ਕਿਹੜੇ ਪਹਾੜੇ 'ਚ ਆਊਗਾ, 4 ਦੇ ਟੇਬਲ 'ਚ ਆਉਂਦਾ, ਠੀਕ ਹੈ। 4 ਚੌਕੇ 16, 4 ਚੌਕੇ 16 ਬਣ ਜਾਣਗੇ, ਤੇ 4 ਤੇ 4 8 ਵੀ ਬਣ ਜਾਣਗੇ, ਠੀਕ ਹੈ। ਆਪਾਂ ਨੂੰ ਚਾਹੀਦੇ ਹੈਗੇ -8, ਤੇ -8 ਕਿਵੇਂ ਬਣਨਗੇ, ਇਹ ਤਾਂ ਹੀ ਜੋੜਨਗੇ ਜੇ ਦੋਨਾਂ ਨਾਲ ਮਾਈਨਸ ਸਾਈਨ ਹੋਣਗੇ ਆਪਣੇ ਕੋਲੇ। -4 ਐਂਡ -4 ਹੀ -8 ਬਣਦੇ ਹੁੰਦੇ ਆ, ਤੇ ਜਦੋਂ ਆਪਾਂ ਮਲਟੀਪਲਾਈ ਕਰਾਂਗੇ -4 ਨੂੰ -4 ਨਾਲ ਮਾਈਨਸ ਪਲੱਸ ਹੋ ਜਾਊਗਾ, ਤੇ ਪਲੱਸ ਦੇ 16 ਵੀ ਬਣ ਜਾਣਗੇ ਆਪਣੇ ਕੋਲੇ। ਇਟ ਮੀਨਸ ਦੋਨੋਂ ਪਰਪਸ ਸੋਲਵ ਹੋ ਗਏ ਆਪਣੇ। ਸੋ ਆਓ ਆਪਾਂ ਜਿਹੜਾ ਹੈਗਾ ਕੁਐਸਚਨ ਦੇ ਵਿੱਚ ਲਿਖ ਦਈਏ -4x ਐਂਡ -4x, ਤਾਂ ਇਹਦੇ 2 ਪਾਰਟਸ ਹੋ ਗਏ -4x ਐਂਡ -4x। ਇਹੀ ਬਸ ਇਹ ਸੋਚਣਾ ਆਪਾਂ, ਜਸਟ ਇੱਥੇ ਹੀ ਦਿਮਾਗ ਲਾਉਣ ਦੀ ਲੋੜ ਆ, ਬਾਕੀ ਸਾਰਾ ਸਮ ਥੋੜ੍ਹਾ ਈਜ਼ੀ ਹੈਗਾ। ਤਾਂ ਗਰੁੱਪਿੰਗ, ਠੀਕ ਹੈ, ਗਰੁੱਪਿੰਗ ਦੇ ਵਿੱਚ ਆਪਾਂ ਕੀ ਕਰਨਾ ਹੁੰਦਾ ਹੈਗਾ, ਇਹਨਾਂ 'ਚੋਂ ਕਾਮਨ ਲੈਣਾ। ਕਾਮਨ ਕੀ ਬਣਦਾ, 4 ਤੇ 16 ਦੇ ਟੇਬਲ 'ਚ 4 ਐਂਡ ਇੱਕ x ਵੀ ਕਾਮਨ ਹੈਗੀ ਆਪਣੇ ਕੋਲੇ।
ਤਾਂ 4x ਕਾਮਨ ਲਿਆ ਤਾਂ ਇੱਥੇ ਜਦੋਂ 16 4 ਦੇ ਟੇਬਲ 'ਚ ਕਿੱਥੇ ਆਊਗਾ 4 ਤੇ ਆਊਗਾ, ਇੱਕ x ਰਹਿ ਗਿਆ ਅੰਦਰ, ਠੀਕ ਹੈ ਆਪਣੇ ਕੋਲ। ਔਰ ਇੱਥੇ 4x ਪੂਰਾ ਹੀ ਆਪਾਂ ਕਾਮਨ ਲੈ ਲਿਆ ਤੇ 4x ਨੂੰ 1 ਨਾਲ ਡਿਵਾਈਡ ਕਰਾਂਗੇ ਤਾਂ 1 ਹੀ ਆ ਜਾਏਗਾ, ਠੀਕ ਹੈ। 4 ਏਕਮ 4, ਸਮਝ ਲੱਗ ਗਈ ਨਾ। ਇੱਥੇ ਫਿਰ ਦੋਨੋਂ 'ਚ ਕਾਮਨ ਕੀ ਹੈ, ਦੇਖੋ ਕੁਛ ਵੀ ਕਾਮਨ ਨਹੀਂ ਹੈ, ਤਾਂ ਜਿੱਥੇ कुछ भी कॉमन नहीं होता, ठीक है, उत्थे कितना कॉमन होता है 1। फिर वही पंठा कि जिसका कोई नहीं होता उसका खुदा होता है, और खुदा हमेशा एक होता है, ठीक है। तो इतने 1 कॉमन है, पर देखना यह है कि इतने अपने को देखो माइनस आप कॉमन लवांगे, इतने -1, ठीक है जी। और इतने तुम देखोगे 4x एज इट इज़ आ गया, और 1 के टेबल 1 1 तो ही आऊगा, और इतने प्लस है साइन अपने कॉमन लिया है माइनस साइन, ठीक है, क्योंकि माइनस नू माइनस ਨਾਲ मल्टीप्लाई करांगे फिर ही प्लस आऊगा, ठीक है। तो इतने तुम याद रखना है इतने माइनस आया सी और इतने भी माइनस ही आएगा। फिर मैं वही दस दिया पाया कि ये वाला फैक्टर हमेशा कॉमन बनेगा, इक्को जिहा बनेगा, ठीक है, दोनों पासे। तो दोनों फिर कॉमन फैक्टर की आ गया, देखो 4x - 1 हेयर भी, तो यही आपने कॉमन ले लिया। और इस तो बाद रह गया इतने अपने को 4x एंड -1 इज इक्वल टू 0, ठीक है। दोनों सेम फैक्टर बन गए, तो आप इक्वल टू 0 रखांगे इन्हों आप, तो इतने आ जाएगा 4x - 1 इज इक्वल टू 0। इधर भी अपने को कितना आ जाएगा 4x - 1 इज इक्वल टू 0। तो इतने देखो 4x इज इक्वल टू 1 प्लस हो गया इधर आके, ठीक है, एंड x इज इक्वल टू 4 ना की करांगे आप इतने नू डिवाइड, देन 1 बाय कितना आ गया 4x इज इक्वल टू 1 बाय 4 इन दिस केस। एंड सिमिलरली हेयर 4x इज इक्वल टू प्लस द 1 हो गया, एंड x इज इक्वल टू 1 डिवाइड बाय 4 1 बाय 4, दोनों सेम जोड़े है रूट्स ये आउणगे, x इज इक्वल टू 1 बाय 4 एंड 1 बाय 4। एंड नाउ इट्स लास्ट पार्ट है अपने को 5th पार्ट क्वेश्चन है अपने को 100x² - 20x + 1 इज इक्वल टू 0। डन, दिस इज़ योर होमवर्क, ठीक है। तुसी ये क्वेश्चन जोड़ा है अपने आप करना पुत्र जी, सेम मैथड है उन्होंने तुसी अप्लाई करके देखना है, और ये वाला क्वेश्चन तुसी जोड़ा है सॉल्व करना है। एड आंसर मैंने कमेंट बॉक्स में कमेंट करके जरूर दस रहा, ठीक है। तो बाकी जी है क्वेश्चन आप नैक्सट पार्ट के लैके आवांगे, ठीक है। तो ये 5 के 5 क्वेश्चन तुसी अपने आप ट्राई करनी है, मैथड में आप जोड़ा फॉलो करना, बिल्कुल सीखना है, समझ लग गई। मैथड में सीख के करांगे तो अगली वीडियो जी है क्वेश्चन जोड़े बहुत सौखे बनने। सो डियर स्टूडेंट्स, ये तुसी जोड़ा है होमवर्क जरूर करना है, ठीक है। सो मिलते हैं नैक्सट वीडियो। थैंक्स फॉर वॉचिंग, टेक केयर, गॉड ब्लेस यू बच्चे।